ਸਤਿ ਸ਼੍ਰੀ ਅਕਾਲ। ਮੈਂ ਮਮਤਾ ਖੁਰਾਨਾ DAV ਪਬਲਿਕ ਸਕੂਲ ਪੁੰਡਰੀ ਤੋਂ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਆਪਣੀ ਪੰਜਾਬੀ ਦੀ ਜਮਾਤ ਵਿੱਚ। ਤੇ ਅੱਜ ਤੋਂ ਅਸੀਂ ਪੜ੍ਹਨ ਜਾ ਰਹੇ ਹਾਂ ਪੰਜਾਬੀ। ਇਹ ਜੋ ਤੁਹਾਡੇ ਸਾਹਮਣੇ ਬੁੱਕ ਹੈ, ਇਹ ਹੈ 8th ਕਲਾਸ ਦੀ ਬੁੱਕ, ਜਿਸ ਦਾ ਨੰਬਰ ਹੈ 7 ਔਰ ਇਸ ਦਾ ਨਾਮ ਹੈ ਕਰੁੰਬਲਾ। DAV ਐਡੀਸ਼ਨ ਦੀ ਬੁੱਕ ਹੈ, ਫੋਰਚੂਨ ਪਬਲਿਸ਼ਰ ਦੀ। ਤੇ ਅੱਜ ਅਸੀਂ ਇਸ ਦਾ ਪਹਿਲਾ ਲੈਸਨ ਪੜ੍ਹਾਂਗੇ, ਜੋ ਕਿ ਕਵਿਤਾ ਹੈ। ਇਹ ਹੈ ਤੁਹਾਡੇ ਸਾਹਮਣੇ ਕਵਿਤਾ, ਜਿਸ ਦਾ ਨਾਮ ਹੈ ਜਿਉਂਦੇ ਰਹਿਣ ਮੇਰੇ ਦੇਸ਼ ਦੇ ਲੋਕ। ਇਹ ਕਵਿਤਾ ਲਿਖੀ ਹੈ ਸੁਰਿੰਦਰਜੀਤ ਕੌਰ ਨੇ, ਔਰ ਇਸ ਕਵਿਤਾ ਵਿੱਚ ਕਵਿਤਰੀ ਆਪਣੇ ਦੇਸ਼ ਦੀ ਹਰੇਕ ਚੀਜ਼ ਦੀ ਖੈਰ ਮੰਗਦੀ ਹੈ ਅਤੇ ਉਹ ਨਹੀਂ ਚਾਹੁੰਦੀ ਕਿ ਕੋਈ ਵੀ ਫਿਰਕਾ ਪ੍ਰਸਤੀ ਲੋਕ ਆ ਕੇ ਆਪਣੇ ਫਨੀਅਰ ਢੰਗ ਨਾਲ ਇੱਥੋਂ ਦੇ ਲੋਕਾਂ ਦੇ ਮਨਾਂ ਵਿੱਚ ਜਾਤ ਪਾਤ ਦਾ ਜ਼ਹਿਰ ਭਰਨ। ਆਓ ਕਵਿਤਾ ਪੜ੍ਹੀਏ ਅਤੇ ਨਾਲ ਨਾਲ ਇਸ ਦੀ ਵਿਆਖਿਆ ਕਰੀਏ ਤਾਂ ਜੋ ਤੁਹਾਨੂੰ ਕਵਿਤਾ ਸਮਝ ਆ ਜਾਏ। ਜਿਉਂਦੇ ਰਹਿਣ ਮੇਰੇ ਦੇਸ਼ ਦੇ ਲੋਕ, ਵਸਦੇ ਰਹਿਣ ਮੇਰੇ ਵਤਨ ਦੇ ਲੋਕ। ਵਸਦੀ ਰਹੇ ਇਹ ਧਰਤੀ ਸਾਰੀ, ਮਹਿਕੇ ਇਸਦੀ ਮਿੱਟੀ ਪਿਆਰੀ। ਟਹਿਕਣ ਇਸਦੇ ਬਾਗ ਬਗੀਚੇ, ਚਹਿਕਣ ਇਸਦੇ ਚਿੜੀ ਜਨੌਰ। ਹਰ ਆਫਤ ਨੂੰ ਇਸ ਧਰਤੀ ਦੇ ਲੋਕ ਬਹਾਦਰ ਲੈਂਦੇ ਰੋਕ। ਜਿਉਂਦੇ ਰਹਿਣ ਮੇਰੇ ਦੇਸ਼ ਦੇ ਲੋਕ। ਇਸ ਪੈਰੇ ਦੇ ਵਿੱਚ ਕਵਿਤਰੀ ਕਹਿੰਦੀ ਹੈ ਕਿ ਮੇਰੇ ਦੇਸ਼ ਦੇ ਲੋਕ, ਮੇਰੇ ਦੇਸ਼ ਭਾਰਤ ਦੇ ਲੋਕ ਹਮੇਸ਼ਾ ਵਸਦੇ ਰਹਿਣ, ਖੁਸ਼ ਰਹਿਣ ਅਤੇ ਜਿਉਂਦੇ ਰਹਿਣ। ਅੱਗੇ ਉਹ ਕਹਿੰਦੀ ਹੈ ਵਸਦੀ ਰਹੇ ਇਹ ਧਰਤੀ ਸਾਰੀ, ਇੱਥੋਂ ਦੀ ਧਰਤੀ ਵਸਦੀ ਰਹੇ ਹਮੇਸ਼ਾ, ਇੱਥੋਂ ਦੇ ਲੋਕ ਵਸਦੇ ਰਹਿਣ। ਮਹਿਕੇ ਇਸਦੀ ਮਿੱਟੀ ਪਿਆਰੀ, ਇੱਥੋਂ ਦੀ ਮਿੱਟੀ ਵਿੱਚੋਂ ਲੋਕਾਂ ਦੇ ਪਿਆਰ ਦੀ ਮਹਿਕ ਸਦਾ ਆਉਂਦੀ ਰਹੇ। ਟਹਿਕਣ ਇਸਦੇ ਬਾਗ ਬਗੀਚੇ, ਚਹਿਕਣ ਇਸਦੇ ਚਿੜੀ ਜਨੌਰ। ਜਨੌਰ ਜਾਨਵਰ ਹੁੰਦੇ ਹੈ ਔਰ ਟਹਿਕਣ ਦਾ ਮਤਲਬ ਹੁੰਦਾ ਹੈ ਹਰੇ ਭਰੇ ਰਹਿਣ। ਤਾਂ ਅੱਗੇ ਕਵਿਤਰੀ ਕਹਿੰਦੀ ਹੈ ਕਿ ਇੱਥੋਂ ਦੇ ਜਿਹੜੇ ਬਾਗ ਬਗੀਚੇ ਨੇ ਉਹ ਸਦਾ ਹਰੇ ਭਰੇ ਰਹਿਣ ਅਤੇ ਇੱਥੋਂ ਦੇ ਪੰਛੀ ਅਤੇ ਜਾਨਵਰ ਹਮੇਸ਼ਾ ਚਹਿਕਦੇ ਰਹਿਣ। ਹਰ ਆਫਤ ਨੂੰ ਇਸ ਧਰਤੀ ਦੇ ਲੋਕ ਬਹਾਦਰ ਲੈਂਦੇ ਰੋਕ। ਅਰਥਾਤ ਭਾਰਤ ਦੇ ਉੱਤੇ ਜਦੋਂ ਵੀ ਕੋਈ ਆਫਤ ਆਉਂਦੀ ਹੈ, ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਇੱਥੋਂ ਦੇ ਬਹਾਦਰ ਲੋਕ ਹਮੇਸ਼ਾ ਉਸ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਹਨ। ਫਿਰ ਉਹ ਕਹਿੰਦੀ ਹੈ ਕਿ ਜਿਉਂਦੇ ਰਹਿਣ ਮੇਰੇ ਦੇਸ਼ ਦੇ ਲੋਕ, ਇੱਥੋਂ ਦੇ ਲੋਕ ਹਮੇਸ਼ਾ ਖੁਸ਼ ਰਹਿਣ ਅਤੇ ਵਸਦੇ ਰਹਿਣ। ਦੂਜਾ ਪੈਰਾ ਹੈ ਧਰਤੀ ਦੁਆਲੇ ਛਾਇਆ ਅੰਬਰ, ਨਦੀਆਂ ਰੋਈਆਂ ਰੁੱਖ ਤੇ ਸਾਗਰ। ਪਰਬਤ ਝੀਲਾਂ ਨਦੀਆਂ ਨਾਲੇ, ਮਿੱਟੀ ਤਾਈਂ ਪੂਜਣ ਵਾਲੇ। ਜਦ ਵੀ ਮਿੱਟੀ ਕਰੇ ਪੁਕਾਰ, ਆਪਣੀਆਂ ਜਾਨਾਂ ਦਿੰਦੇ ਝੋਂਕ। ਜਿਉਂਦੇ ਰਹਿਣ ਮੇਰੇ ਦੇਸ਼ ਦੇ ਲੋਕ। ਇਸ ਪੈਰੇ ਵਿੱਚ ਕਵਿਤਰੀ ਕਹਿੰਦੀ ਹੈ ਧਰਤੀ ਦੁਆਲੇ ਛਾਇਆ ਅੰਬਰ। ਇੱਥੋਂ ਦੀ ਧਰਤੀ ਦੇ ਸਾਰੇ ਪਾਸੇ ਕੀ ਛਾਇਆ ਹੋਇਆ? ਅਸਮਾਨ ਛਾਇਆ ਹੋਇਆ, ਅੰਬਰ ਛਾਇਆ ਹੋਇਆ। ਅਤੇ ਹੋਰ ਇਸ ਧਰਤੀ 'ਤੇ ਕੀ ਹੈ? ਨਦੀਆਂ ਵੀ ਨੇ, ਇੱਥੇ ਸੁੰਨਸਾਨ ਜਗ੍ਹਾ ਵੀ ਹੈ, ਰੋਈਆਂ ਹੁੰਦੀਆਂ ਜਿੱਥੇ ਕੁਛ ਨਾ ਉੱਗ ਸਕਦਾ ਹੋਵੇ, ਬੰਜਰ ਧਰਤੀ ਉਹ ਵੀ ਹੈ ਇੱਥੇ। ਪਰਬਤ ਵੀ ਹਨ, ਝੀਲਾਂ ਵੀ ਹਨ, ਨਦੀਆਂ ਵੀ ਹਨ ਅਤੇ ਮਿੱਟੀ ਦੀ ਪੂਜਾ ਕਰਨ ਵਾਲੇ ਲੋਕ ਵੀ ਹਨ, ਜੋ ਮਿੱਟੀ ਨੂੰ ਵੀ ਰੱਬ ਵਾਂਗ ਪੂਜਦੇ ਹਨ। ਜਦ ਵੀ ਮਿੱਟੀ ਕਰੇ ਪੁਕਾਰ, ਆਪਣੀਆਂ ਜਾਨਾਂ ਦਿੰਦੇ ਝੋਂਕ। ਮਿੱਟੀ ਪੁਕਾਰ ਕਰੇ ਦਾ ਮਤਲਬ ਹੈ ਜਦੋਂ ਵੀ ਦੇਸ਼ ਨੂੰ ਇਹਨਾਂ ਦੀ ਜ਼ਰੂਰਤ ਪੈਂਦੀ ਹੈ ਇੱਥੋਂ ਦੇ ਲੋਕਾਂ ਦੀ, ਤਾਂ ਇੱਥੋਂ ਦੇ ਨੌਜਵਾਨ ਆਪਣੀ ਜਾਨ ਦੇਣ ਤੋਂ ਵੀ ਨਹੀਂ ਝਿਜਕਦੇ। ਉਹ ਆਪਣੀ ਜਾਨ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਸ ਲਈ ਕਵਿਤਰੀ ਕਹਿੰਦੀ ਹੈ ਕਿ ਇੱਥੋਂ ਦੇ ਲੋਕ ਹਮੇਸ਼ਾ ਵਸਦੇ ਰਹਿਣ। ਨੈਕਸਟ ਪੈਰਾ। ਫਿਰਕੂ ਫਨੀਅਰ ਡੰਗ ਚਲਾਏ, ਨਸ ਨਸ ਅੰਦਰ ਜ਼ਹਿਰ ਫੈਲਾਏ। ਮਿੱਟੀ ਦੀ ਦੇ ਛਾਲੇ ਛਾਲੇ, ਫਸਲਾਂ ਫੁੱਲ ਬਾਗ ਕੁਮਲਾਏ। ਸੂਹੇ ਮਾਂਦਰੀਆਂ ਬਿਨ ਦੱਸੋ, ਕੌਣ ਲਵੇ ਸੱਪਾਂ ਨੂੰ ਰੋਕ। ਜਿਉਂਦੇ ਰਹਿਣ ਮੇਰੇ ਦੇਸ਼ ਦੇ ਲੋਕ। ਇਸ ਪੈਰੇ ਵਿੱਚ ਕਵਿਤਰੀ ਕਹਿੰਦੀ ਹੈ ਫਿਰਕੂ ਲੋਕ, ਫਿਰਕਾ ਪ੍ਰਸਤੀ ਲੋਕ ਜਿਹੜੇ ਹੁੰਦੇ ਹੈ, ਜਿਹੜੇ ਜ਼ਹਿਰ ਘੋਲਣ ਦਾ ਕੰਮ ਕਰਦੇ ਹੈ, ਜਾਤ ਪਾਤ ਦਾ ਭੇਦਭਾਵ ਪੈਦਾ ਕਰਦੇ ਹਨ, ਉਹ ਲੋਕ ਆ ਕੇ ਇੱਥੇ ਕੀ ਹੈ, ਇੱਥੇ ਲੋਕਾਂ ਦੇ ਮਨਾਂ ਦੇ ਵਿੱਚ ਨਸ ਨਸ ਦੇ ਅੰਦਰ ਉਹਨਾਂ ਨੇ ਜ਼ਹਿਰ ਫੈਲਾਏ ਹੋਏ ਹਨ। ਲੋਕਾਂ ਦੇ ਵਿੱਚ ਜਾਤ ਪਾਤ ਦਾ ਭੇਦਭਾਵ ਪੈਦਾ ਕੀਤਾ ਹੋਇਆ। ਮਿੱਟੀ ਦੀ ਦੇ ਛਾਲੇ ਛਾਲੇ, ਫਸਲਾਂ ਫੁੱਲ ਬਾਗ ਕੁਮਲਾਈ। ਜਿਸ ਕਰਕੇ ਇੱਥੋਂ ਦੀ ਮਿੱਟੀ ਜੋ ਹੈ ਉਹ ਕੀ ਹੋਈ ਪਈ ਹੈ? ਛਾਲੇ ਛਾਲੇ ਹੋਈ ਪਈ ਹੈ ਉਸਦੀ ਦੇਹ, ਯਾਨੀ ਦੁਖੀ ਹੋਈ ਪਈ ਹੈ ਬਹੁਤ ਜ਼ਿਆਦਾ। ਅਤੇ ਇਸ ਦੀ ਵਜ੍ਹਾ ਤੋਂ ਫਸਲਾਂ ਅਤੇ ਫੁੱਲ ਅਤੇ ਬਾਗ ਕੀ ਹੋ ਗਏ ਹਨ? ਕੁਮਲਾ ਗਏ ਹਨ। ਸੂਹੇ ਮਾਂਦਰੀਆਂ ਬਿਨ ਦੱਸੋ, ਕੌਣ ਲਵੇ ਸੱਪਾਂ ਨੂੰ ਰੋਕ। ਸੂਹੇ ਮਾਂਦਰੀ ਹੁੰਦੇ ਹੈ ਜੋ ਸੱਪ ਦੇ ਡੰਗ ਦਾ ਇਲਾਜ ਕਰਦੇ ਹੈ। ਤਾਂ ਇਸ ਤਰੀਕੇ ਉਹ ਕਵਿਤਰੀ ਕਹਿੰਦੀ ਹੈ ਕਿ ਇਹਨਾਂ ਤੋਂ ਬਿਨਾਂ ਇਹਨਾਂ ਸੱਪਾਂ ਨੂੰ, ਇਹ ਫਿਰਕਾ ਪ੍ਰਸਤੀ ਲੋਕਾਂ ਨੂੰ ਕੌਣ ਰੋਕ ਸਕਦਾ ਹੈ। ਇਸ ਲਈ ਉਹ ਕੀ ਕਹਿੰਦੀ ਹੈ? ਉਹ ਦੁਆ ਮੰਗਦੀ ਹੈ ਰੱਬ ਅੱਗੇ ਕਿ ਇੱਥੋਂ ਦੇ ਲੋਕ ਹਮੇਸ਼ਾ ਵਸਦੇ ਰਹਿਣ। ਨੈਕਸਟ ਪੈਰਾ।
ਮੈਂ ਲੋਕਾਂ ਦੀ ਮੰਗਾਂ ਖੈਰ, ਰਹਿਣ ਦਿਆਂ ਨਾ ਦਿਲਾਂ 'ਚ ਵੈਰ। ਖੈਰ ਮੰਗਾਂ ਦਰਿਆਵਾਂ ਦੀ, ਧੀਆਂ ਪੁੱਤਾਂ ਮਾਵਾਂ ਦੀ, ਬਾਬਲ ਭੈਣ ਭਰਾਵਾਂ ਦੀ। ਇਸ ਦੀ ਖੈਰ ਜੂਝਦੇ ਪੜ੍ਹੀਏ, ਹਿੰਦੀ ਦੀ ਖੈਰ ਦੇ ਪਰਮ ਸਲੋਕ। ਜਿਉਂਦੇ ਰਹਿਣ ਮੇਰੇ ਦੇਸ਼ ਦੇ ਲੋਕ। ਅੱਗੇ ਕਵਿੱਤਰੀ ਕਹਿੰਦੀ ਹੈ ਕਿ ਮੈਂ ਇੱਥੋਂ ਦੇ ਲੋਕਾਂ ਦੀ ਸਦਾ ਹੀ ਖੈਰ ਮੰਗਦੀ ਹਾਂ ਅਤੇ ਚਾਹੁੰਦੀ ਹਾਂ ਕਿ ਉਹਨਾਂ ਦੇ ਦਿਲਾਂ ਵਿੱਚ ਕਦੇ ਵੀ ਵੈਰ ਭਾਵ ਨਾ ਆਵੇ। ਖੈਰ ਮੰਗਾਂ ਦਰਿਆਵਾਂ ਦੀ, ਧੀਆਂ ਪੁੱਤਾਂ ਮਾਵਾਂ ਦੀ। ਉਹ ਇੱਥੋਂ ਦੀ ਹਰ ਚੀਜ਼ ਦੀ ਖੈਰ ਮੰਗਦੀ ਹੈ ਅਤੇ ਲੋਕਾਂ ਦੀ ਵੀ ਖੈਰ ਮੰਗਦੀ ਹੈ ਜਿਹੜੇ ਇੱਥੇ ਰਹਿੰਦੇ ਹਨ, ਜਿਸ ਦੇ ਵਿੱਚ ਮਾਵਾਂ ਵੀ, ਧੀਆਂ ਵੀ, ਪੁੱਤਰ ਵੀ, ਬਾਬਲ ਪਿਓ ਵੀ, ਭੈਣ ਭਰਾ ਵੀ, ਸਭ ਦੀ ਉਹ ਖੈਰ ਮੰਗਦੀ ਹੈ। ਅੱਗੇ ਕਹਿੰਦੀ ਹੈ ਇਸ ਦੀ ਖੈਰ ਜੂਝਦੇ ਪੜ੍ਹੀਏ, ਹਿੰਦੀ ਦੀ ਖੈਰ ਦੇ ਪਰਮ ਸਲੋਕ। ਹਿੰਦੀ ਦਾ ਮਤਲਬ ਹਿੰਦੁਸਤਾਨ ਦੇ ਲੋਕਾਂ ਤੋਂ ਹੈ। ਜੂਝਦੇ ਦਾ ਮਤਲਬ ਹੁੰਦਾ ਜੱਦੋ ਜਹਿਦ ਕਰ ਰਹੇ ਹਨ, ਜੋ ਆਪਣੇ ਦੇਸ਼ ਲਈ ਲੜਨ ਲਈ ਮਰਨ ਲਈ ਤਿਆਰ ਹਨ। ਉਹਨਾਂ ਦੀ ਉਹ ਖੈਰ ਮੰਗਦੀ ਹੈ ਅਤੇ ਕਹਿੰਦੀ ਹੈ ਕਿ ਇੱਥੋਂ ਦੇ ਲੋਕ ਹਮੇਸ਼ਾ ਵਸਦੇ ਰਹਿਣ ਅਤੇ ਖੁਸ਼ ਰਹਿਣ। ਆਈ ਥਿੰਕ ਸਭ ਨੂੰ ਕਵਿਤਾ ਸਮਝ ਆ ਗਈ ਹੋਏਗੀ। ਨੀਚੇ ਵਰਡ ਮੀਨਿੰਗ ਦਿੱਤੇ ਹੋਏ ਔਖੇ ਸ਼ਬਦਾਂ ਦੇ ਅਰਥ। ਇਹਨਾਂ ਨੂੰ ਪੜ੍ਹ ਕੇ ਵੀ ਤੁਸੀਂ ਕਵਿਤਾ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਅਤੇ ਕੱਲ੍ਹ ਅਸੀਂ ਇਸ ਦਾ ਕਰਾਂਗੇ ਇੱਕ ਸਟੈਂਜਾ ਜੋ ਕਿ ਪੇਪਰ ਵਿੱਚ ਆਉਂਦਾ ਹੈ ਅਤੇ ਉਸਦੇ ਕੁਐਸਚਨ ਆਨਸਰ ਕਰਾਂਗੇ। ਧੰਨਵਾਦ।